ਸ਼੍ਰੋਮਣੀ ਅਕਾਲੀ ਦਲ ਨੇ ਜੋ ਪੰਜਾਬ ਨੂੰ ਢਾਹ ਲਾਉਣ ਲਈ, ਪੰਜਾਬੀਅਤ ਨੂੰ ਮਾਰਨ ਲਈ ਜਾਂ ਆਪਣੇ ਜੇਬਾਂ ਭਰਨ ਲਈ ਜੋ ਕੁਝ ਕੀਤਾ ਉਹ ਕਿਸੇ ਤੋਂ ਭੁੱਲਿਆ ਵੀ ਨਹੀਂ। ਔਰ ਇਹ ਵੀ ਕਹਿਦਾ ਕਿ ਉਹ ਉਹਨਾਂ ਤੇ ਭਾਰੂ ਪੈ ਗਿਆ। ਜੋ ਸਿਆਸੀ ਬਦਲਾਖੋਰੀ ਹੋਈ, ਜੋ ਗੁੰਡਾ ਰਾਜ ਚੱਲਿਆ, ਜੋ ਹਲਕਾ ਦੇ ਇੰਚਾਰਜ ਕਰਦੇ ਰਹੇ, ਜੋ ਪੁਲਿਸ ਨੂੰ ਖੁੱਲ੍ਹਾਂ ਦੇ ਰੱਖੀਆਂ, ਜਾਂ ਇਹ ਕਹਿ ਲਈਏ ਕਿ ਵਿਧਾਇਕਾਂ ਤੇ ਜਥੇਦਾਰਾਂ ਨੂੰ ਜਿਵੇਂ ਥਾਣੇ ਅਲਾਟ ਕੀਤੇ ਜਾਂਦੇ ਰਹੇ, ਉਹ ਸਾਰਾ ਕੁਝ ਜਿਹੜਾ ਵਜ੍ਹਾ ਬਣਿਆ ਕਿ ਅਕਾਲੀ ਦਲ ਮੁੰਦੇ ਮੁੰਡੇ ਪਿਆ ਕਿ ਆਮ ਆਦਮੀ ਪਾਰਟੀ ਬਦਲਾਅ ਲਿਆਉਣਾ ਚਾਹੁੰਦੀ ਆ, ਪਰ ਆਮ ਆਦਮੀ ਪਾਰਟੀ ਦੇ ਬਦਲਾਅ ਚਾਹੁਣ ਨਾਲ ਹੀ ਬਦਲਾਅ ਆ ਜਾਊਗਾ। SHO ਸਤਵਿੰਦਰ ਸਿੰਘ ਨੇ ਜਿਹੜੀ ਕੰਪਲੇਂਟ ਲਿਖਾਈ ਆ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਹਨੂੰ ਮਾੜੀ ਸ਼ਬਦਾਵਲੀ ਬੋਲੀ ਆ, ਧਮਕੀ ਦਿੱਤੀ ਆ, ਪਰ ਮਨਵਿੰਦਰ ਸਿੰਘ ਗਿਆਸਪੁਰਾ ਉਹਨਾਂ ਨੇ ਕੱਲ ਇਹ ਕਿਹਾ ਵੀ ਆ ਕਿ ਉਹ ਚਾਹੇ ਇਕੱਲੇ ਪੈ ਜਾਣ ਪਰ ਉਹ ਇਸ ਨੈਕਸਸ ਨੂੰ ਤੋੜ ਕੇ ਰੱਖਣਗੇ। ਪਰ ਮਨਵਿੰਦਰ ਸਿੰਘ ਗਿਆਸਪੁਰਾ ਇਕੱਲੇ ਹੀ ਪੁਲਿਸ ਦੀਆਂ ਜਿਹੜੀਆਂ ਵਧੀਕੀਆਂ ਆ ਉਹਦਾ ਸੰਤਾਪ ਆਪਣੇ ਪਿੰਡ ਤੇ ਹਟਾ ਚੁੱਕੇ ਆ। ਇਸ ਕਰਕੇ ਉਹਨਾਂ ਨੂੰ ਇਹ ਦਰਦ ਆ ਲੋਕਾਂ ਦਾ ਕਿ ਇਹ ਜਿਹੜਾ ਨੈਕਸਸ ਆ ਇਹ ਤੋੜਨਾ ਬਣਦਾ। ਇਹ ਤਾਂ ਕਿਸੇ ਨੂੰ ਭੁੱਲਿਆ ਨਹੀਂ ਹੈ ਕਿ ਪੁਲਿਸ ਇੱਕ ਇਹੋ ਜਿਹਾ ਸਮਾਂ ਸੀਗਾ ਜਦੋਂ ਪੁਲਿਸ ਜਿਹਨੂੰ ਚਾਹੁੰਦੀ ਸੀ ਚੱਕ ਕੇ ਅੰਦਰ ਕਰਨ ਦੀ ਸੀ। ਪੁਲਿਸ ਜਦੋਂ ਦਿਲ ਕਰਦਾ ਸੀਗਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ ਸੀਗਾ, ਗੋਲੀ ਮਾਰ ਦਿੱਤੀ ਜਾਂਦੀ ਸੀ, ਕਿਸੇ ਦੀ ਗੱਡੀ ਘਰ 'ਚ ਫੀਮ ਰੱਖ ਦਿੱਤੀ ਜਾਂਦੀ ਸੀ। ਤੇ ਬੜੀ ਵਾਰ ਅਜਿਹੇ ਕੇਸ ਆਏ ਆ ਕਿ ਜਿੱਥੇ ਵੱਧ ਨਸ਼ਾ ਫੜਿਆ ਗਿਆ ਘੱਟ ਪਾ ਦਿੱਤਾ ਜੇ ਅੰਡਰ ਦਾ ਟੇਬਲ ਕੁਝ ਮਿਲ ਗਿਆ। ਦਾ ਖਾਲਸ ਟੀਵੀ ਪਰਿਵਾਰ ਨੂੰ ਦਿਲੋਂ ਮੋਹ ਕਰਨ ਵਾਲੇ ਦੋਸਤੋ, ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਖਾਲਸ ਸਪੈਸ਼ਲ ਤੁਹਾਡਾ ਸਵਾਗਤ ਹੈ। ਹੋਸਟ ਕਮਲਜੀਤ ਸਿੰਘ ਬਣਵੈਦ ਦੀ ਸਤਿ ਸ੍ਰੀ ਅਕਾਲ। ਸਾਡੇ ਸ਼ੋਅ ਬਾਰੇ ਵੈਸੇ ਤਾਂ ਬੜੇ ਤਰ੍ਹਾਂ ਦੇ ਜਿਹੜੇ ਕਮੈਂਟਸ ਆ ਉਹ ਆਉਂਦੇ ਰਹਿੰਦੇ ਆ, ਕੁਝ ਖੱਟ ਮਿੱਠੇ ਹੁੰਦੇ ਆ, ਕਈ ਸਾਰੇ ਕੌੜੇ ਵੀ। ਪਰ ਅੱਜ ਮੇਰਾ ਦਿਲ ਕਰਦਾ ਹੈ ਕਿ ਮੈਂ ਜੀਰਕਪੁਰ ਦੇ ਜਸਵੀਰ ਸਿੰਘ ਉਹਨਾਂ ਦਾ ਜੋ ਮੈਨੂੰ ਮੈਸੇਜ ਆਇਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਉਹਨਾਂ ਦਾ ਮੈਸੇਜ ਕਾਫੀ ਲੰਬਾ ਚੌੜਾ, ਉਹਨਾਂ ਨੇ ਜਿਹੜਾ ਮੈਸੇਜ ਭੇਜਿਆ ਉਹ ਭੇਜਿਆ ਵੀ ਰਿਕਾਰਡ ਕਰਕੇ ਆ, ਪਰ ਜੋ ਉਹਦਾ ਸਾਰ ਆ ਉਹ ਇਹ ਆ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਕੱਲ੍ਹ ਜਿਹੜੀ ਮੈਂ ਗੱਲ ਸ਼੍ਰੋਮਣੀ ਅਕਾਲੀ ਦਲ ਕੀਤੀ ਸੀਗੀ ਉਹ ਮੈਨੂੰ ਹੋਰ ਵਧਾ ਲੈਣੀ ਚਾਹੀਦੀ ਸੀ ਅੱਗੇ। ਅਤੇ ਉਹਨਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪ੍ਰਧਾਨ ਬਣਨ ਮਗਰੋਂ ਜੋ ਆਪਣੇ ਆਲੇ ਦੁਆਲੇ ਦੇ ਲੋਕ ਲਾਏ ਆ ਜਾਂ ਜਿਨ੍ਹਾਂ ਨੂੰ ਅਕਾਲੀ ਦਲ ਦੀਆਂ ਅਹੁਦੇਦਾਰੀ ਦਿੱਤੀਆਂ ਉਹਨਾਂ ਬਾਰੇ ਗੱਲ ਹੋਰ ਕਰ ਲੈਣੀ ਚਾਹੀਦੀ ਸੀ। ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 10 ਸਾਲ ਦੌਰਾਨ ਜਦੋਂ ਉਹਨਾਂ ਦੀ ਸਰਕਾਰ ਸੀ ਪੰਜਾਬ ਦਾ ਜਿਹੜਾ ਵਿਕਾਸ ਕੀਤਾ ਉਹ ਭੁੱਲਿਆ ਨਹੀਂ ਜਾਣਾ ਚਾਹੀਦਾ। ਪੰਜਾਬ ਦੀਆਂ ਮਲਾਈਦਾਰ ਸੜਕਾਂ, ਓਵਰਬ੍ਰਿਜ, ਹਾਈਵੇ, ਜਿਵੇਂ ਸਾਰਾ ਕੁਝ ਹੋਇਆ ਇਹ ਇਸੇ ਦੀ ਦੇਣ ਆ। ਪਰ ਸ਼੍ਰੋਮਣੀ ਅਕਾਲੀ ਦਲ ਨੇ ਜੋ ਪੰਜਾਬ ਨੂੰ ਢਾਹ ਲਾਉਣ ਲਈ, ਪੰਜਾਬੀਅਤ ਨੂੰ ਮਾਰਨ ਲਈ ਜਾਂ ਆਪਣੇ ਜੇਬਾਂ ਭਰਨ ਲਈ ਜੋ ਕੁਝ ਕੀਤਾ ਉਹ ਕਿਸੇ ਤੋਂ ਭੁੱਲਿਆ ਵੀ ਨਹੀਂ। ਔਰ ਇਹ ਵੀ ਕਹਿਦਾ ਕਿ ਉਹ ਉਹਨਾਂ ਤੇ ਭਾਰੂ ਪੈ ਗਿਆ। ਇਹੋ ਵਜ੍ਹਾ ਬਣੀ ਆ ਕਿ ਦੂਜੀ ਵਾਰ ਲਗਾਤਾਰ ਇਲੈਕਸ਼ਨਾਂ ਵਿੱਚ ਉਹਨਾਂ ਦੇ ਕਿਤੇ ਪੈਰ ਨਹੀਂ ਲੱਗੇ ਹੈਗੇ। ਜੇ ਆਪਾਂ ਗੱਲ ਕਰੀਏ ਕਿ ਮਾਫੀਆ ਰਾਜ ਕਦੋਂ ਸ਼ੁਰੂ ਹੋਇਆ ਤਾਂ ਕਿਹਾ ਜਾਂਦਾ ਕਿ ਅਕਾਲੀਆਂ ਦੀ ਦੇਣ ਆ। ਜੇ ਆਪਾਂ ਕੋਈ ਨਸ਼ਾ ਦੀ ਗੱਲ ਕਰ ਲਈਏ ਤਾਂ ਵੀ ਅਕਾਲੀ ਰਾਜ ਦੀ ਦੇਣ ਕਿਹਾ ਜਾਂਦਾ। ਵੈਸੇ ਜੇ ਮੈਂ ਬਹੁਤ ਪਿੱਛੇ ਚੱਲ ਜਾ ਤਾਂ ਪੁਲਿਸ ਮੁਕਾਬਲੇ ਕਿਹਦੇ ਰਾਜ ਵਿੱਚ ਸ਼ੁਰੂ ਹੋਏ ਸੀਗੇ। ਸੋ ਗੱਲ ਆਪਾਂ ਨੂੰ ਇਹ ਤਾਂ ਗੱਲ ਸਾਹਮਣੇ ਹੋਏ ਗਈ ਕਿ ਜੇ ਸ਼੍ਰੋਮਣੀ ਅਕਾਲੀ ਦਲ ਪੰਥਕ ਏਜੰਡੇ ਤੋਂ ਲਾਂਭੇ ਨਾ ਹੁੰਦੀ ਤਦ ਸ਼ਾਇਦ ਆਹ ਦਿਨ ਜਿਹੜੇ ਆ ਉਹ ਦੇਖਣ ਨਾ ਪੈਂਦੇ। ਵੈਸੇ ਜਿਹੜਾ ਸਾਡੇ ਇੱਕ ਸਰੋਤੇ ਜਸਵੀਰ ਸਿੰਘ ਨੂੰ ਸੁਝਾਅ ਦਿੱਤਾ ਕਿ ਮੈਂ ਹੋਰ ਗੱਲ ਕਰਾਂ, ਇਹ ਜਿਹੜਾ ਸਾਡਾ ਸ਼ੋਅ ਆ ਇਹ ਛੋਟਾ ਪੈ ਜਾਊ ਜੇ ਸਿਰਫ ਅਕਾਲੀਆਂ ਦੀ ਗੱਲ ਕਰਨੀ ਹੋਵੇ। ਉਹ ਇਹ ਕਿ ਲੋਕਾਂ ਨੇ ਇੱਕਦਮ ਪਛਾੜ ਕੇ ਰੱਖ ਦਿੱਤਾ। ਹੁਣ ਜਿਵੇਂ ਚੱਕ ਕੇ ਪਰੇ ਰੱਖੇ ਆ ਅਕਾਲੀਆਂ ਨੂੰ, ਸੱਚਮੁੱਚ ਜਿਹੜੀ ਆ ਉਹ ਕੰਬੜੀ ਛੜੀ ਹੋਈ ਆ। ਅਤੇ ਸੁਖਬੀਰ ਸਿੰਘ ਬਾਦਲ ਹੁਣੀ ਇਹ ਡਰਦੇ ਆ, ਦਿਨ ਰਾਤ ਚੈਨ ਨਹੀਂ ਪੈ ਰਹੀ ਕਿ ਮੁੜ ਕੇ ਸੱਤਾ ਦੇ ਨੇੜੇ ਕਿਵੇਂ ਆਉਣਾ। ਪਰ ਇੱਥੇ ਹੀ ਬਸ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਜੋ ਸਿਆਸੀ ਬਦਲਾਖੋਰੀ ਹੋਈ, ਜੋ ਗੁੰਡਾ ਰਾਜ ਚੱਲਿਆ, ਜੋ ਹਲਕਾ ਦੇ ਇੰਚਾਰਜ ਕਰਦੇ ਰਹੇ, ਜੋ ਪੁਲਿਸ ਨੂੰ ਖੁੱਲ੍ਹਾਂ ਦੇ ਰੱਖੀਆਂ, ਜਾਂ ਇਹ ਕਹਿ ਲਈਏ
ਕਿ ਵਿਧਾਇਕਾਂ ਤੇ ਜਥੇਦਾਰਾਂ ਨੂੰ ਜਿਵੇਂ ਥਾਣੇ ਅਲਾਟ ਕੀਤੇ ਜਾਂਦੇ ਰਹੇ, ਉਹ ਸਾਰਾ ਕੁਝ ਜਿਹੜਾ ਵਜ੍ਹਾ ਬਣਿਆ, ਇਹੋ ਵਜ੍ਹਾ ਬਣਿਆ ਕਿ ਅਕਾਲੀ ਦਲ ਮੂੰਹ ਮੂੰਹ ਡਿੱਗ ਪਿਆ। ਪਰ ਇੱਕ ਗੱਲ ਨਿੱਕੀ ਜਿਹੀ ਹੋਰ ਵੀ ਕਹਿਦਾ ਕਿ ਜੇ ਸੁਖਬੀਰ ਸਿੰਘ ਬਾਦਲ ਹਾਲੇ ਵੀ ਇਹ ਸਮਝ ਲੈਣ ਕਿ ਉਹਨਾਂ ਨੂੰ ਪੰਥ ਲਈ ਤੇ ਮੁੜ ਪਰਤਣ ਲਈ ਕੀ ਕਰਨਾ ਚਾਹੀਦਾ, ਤਾਂ ਸ਼ਾਇਦ ਉਹਨਾਂ ਦੀ ਭਲਾਈ ਹੋਊਗੀ। ਪਰ ਜਿਵੇਂ ਹਾਲ ਦੀ ਘੜੀ ਉਹ ਪਹਿਲੇ ਵਾਲੀ ਹਉਮੈ ਲਈ ਫਿਰਦੇ ਆ, ਜਾਂ ਉਹਨਾਂ ਦੇ ਮਨ 'ਚ ਹਲੇ ਵੀ ਸ਼ਾਇਦ ਇਹ ਭਰਮ ਆ ਕਿ ਲੋਕਾਂ ਨੂੰ ਪੈਸੇ ਨਾਲ, ਡਰ ਨਾਲ ਧਮਕਾ ਭਜਾਇਆ ਜਾ ਸਕਦਾ, ਹੁਣ ਉਹ ਦਿਨ ਨਹੀਂ ਰਹੇ। ਹੁਣ ਹਾਲਾਤ ਜਿਹੜੇ ਆ ਉਹ ਬਦਲ ਚੁੱਕੇ ਆ, ਲੋਕਾਂ ਨੂੰ ਤੀਜਾ ਬਦਲਾਅ ਲੱਭ ਪਿਆ। ਵੈਸੇ ਇਸ ਸਾਰੇ ਕੁਝ ਜਿਹੜਾ ਬਰੀ ਆਪਾਂ ਨਹੀਂ ਕਰ ਸਕਦੇ ਕਾਂਗਰਸ ਪਾਰਟੀ ਨੂੰ ਵੀ। ਪਿਛਲੇ 5 ਸਾਲਾਂ ਦੌਰਾਨ ਕਾਂਗਰਸ ਪਾਰਟੀ ਨੇ ਜਿਵੇਂ ਪੰਜਾਬੀਆਂ ਨੂੰ ਲੁੱਟਿਆ ਕੁੱਟਿਆ, ਉਹ ਵੀ ਕਿਸੇ ਤੋਂ ਗੁੱਝਾ ਨਹੀਂ ਹੈਗਾ। ਹੁਣ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਤਦ ਲੋਕ ਬਦਲਾਅ ਭਾਲਦੇ ਆ, ਤੇ ਪੈਰ ਪੈਰ ਤੇ ਸਾਨੂੰ ਜਿਹੜਾ ਬਦਲਾਅ ਆ ਉਹ ਦਿਸਣ ਵੀ ਲੱਗਾ। ਸ਼ਾਇਦ ਇਹ ਬਦਲਾਅ ਲੋਕਾਂ ਨੂੰ ਰਾਸ ਆ ਰਿਹਾ, ਪਰ ਅਫਸਰ ਆਪਣੇ ਆਪ ਨੂੰ ਜਿਹੜੇ ਫਸੇ ਹੋਏ ਦੱਸਦੇ ਆ। ਪਰ ਮੈਂ ਇੱਥੇ ਗੱਲ ਹੋਰ ਕਰਦਾ ਕਿ ਆਮ ਆਦਮੀ ਪਾਰਟੀ ਬਦਲਾਅ ਲਿਆਉਣਾ ਚਾਹੁੰਦੀ ਆ, ਪਰ ਕੀ ਆਮ ਆਦਮੀ ਪਾਰਟੀ ਦੇ ਬਦਲਾਅ ਚਾਹੁਣ ਨਾਲ ਹੀ ਬਦਲਾਅ ਆ ਜਾਊਗਾ? ਨਹੀਂ। ਉਹ ਲੋਕ ਜਿਹੜੇ ਪਿਛਲੇ 15-20 ਸਾਲਾਂ ਤੋਂ, ਵੈਸੇ ਤਾਂ 44 ਸਾਲਾਂ ਤੋਂ ਕਹਿ ਦਈਏ, ਚੰਮਦੀਆਂ ਚਲਾਉਂਦੇ ਆ ਰਹੇ ਆ, ਜਿਨ੍ਹਾਂ ਨੂੰ ਨਾ ਕੋਈ ਭੈ ਸੀ ਨਾ ਡਰ ਸੀ, ਅੱਜ ਉਹ ਜਿਹੜੇ ਆ ਮੁੜ ਆਪਣੇ ਹੱਥ ਜਿਹੜੇ ਆ ਉਹ ਬੰਨ੍ਹ ਕੇ ਰੱਖਣ ਲਈ ਮਜਬੂਰ ਤਾਂ ਹੋ ਰਹੇ ਆ, ਪਰ ਉਹਨਾਂ ਦੇ ਹੱਥ ਜਿਹੜੇ ਆ ਉਹ ਟਿਕਦੇ ਨਹੀਂ ਹੈਗੇ। ਇੱਕ ਉਦਾਹਰਨ ਜਿਹੜੀ ਕੱਲ੍ਹ ਬੜੀ ਵੱਡੀ ਸਾਹਮਣੇ ਆਈ ਆ ਇਹ ਕਿ ਪਾਇਲ ਤੋਂ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਪੁਲਿਸ ਦੇ ਇੱਕ SHO ਨੂੰ ਖਿੱਚਤਾ। SHO ਸਤਵਿੰਦਰ ਸਿੰਘ ਨੇ ਜਿਹੜੀ ਕੰਪਲੇਂਟ ਲਿਖਾਈ ਆ, ਉਹ ਤਾਂ ਹੈ ਮਨਵਿੰਦਰ ਸਿੰਘ ਗਿਆਸਪੁਰਾ ਦੇ ਉਲਟ, ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਹਨੂੰ ਮਾੜੀ ਸ਼ਬਦਾਵਲੀ ਬੋਲੀ ਆ, ਧਮਕੀ ਦਿੱਤੀ ਆ। ਪਰ ਮਨਵਿੰਦਰ ਸਿੰਘ ਗਿਆਸਪੁਰਾ ਇਸ ਨੈਕਸਸ ਦੇ ਜਿਹੜਾ ਮਾਫੀਆ ਪੁਲਿਸ ਜਾਂ ਉੱਚ ਅਫਸਰ ਦਾ ਇੱਕ ਗੱਠ ਜੋੜਿਆ ਨੈਕਸਸ ਆ, ਉਹਨੂੰ ਤੋੜਨਾ ਚਾਹੁੰਦੇ ਆ। ਉਹਨਾਂ ਨੇ ਕੱਲ੍ਹ ਇਹ ਕਿਹਾ ਵੀ ਆ ਕਿ ਉਹ ਚਾਹੇ ਇਕੱਲੇ ਪੈ ਜਾਣ, ਪਰ ਉਹ ਇਸ ਨੈਕਸਸ ਨੂੰ ਤੋੜ ਕੇ ਰੱਖਣਗੇ। ਇੱਥੇ ਗੱਲ ਥੋੜ੍ਹੀ ਜਿਹੀ ਪਹਿਲਾਂ ਮੈਂ ਕਰਨਾ ਮਨਵਿੰਦਰ ਸਿੰਘ ਗਿਆਸਪੁਰਾ ਬਾਰੇ, ਕਿ ਮਨਵਿੰਦਰ ਸਿੰਘ ਗਿਆਸਪੁਰਾ ਪਾਇਲ ਤੋਂ ਵਿਧਾਇਕ ਨੇ। ਇਸ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਵਿੱਚ ਵਿਸ ਗਏ। ਉਹਨਾਂ ਨੇ ਆਪਣੀ 2 ਵਾਰ ਕਿਸਮਤ ਜਮਾਈ, ਪਰ ਦੋਨੇ ਵਾਰ ਹਾਰਦੇ ਰਹੇ। ਇਸ ਵਾਰੀ ਆਮ ਆਦਮੀ ਪਾਰਟੀ ਦੀ ਘਨੇੜੀ ਚੜ੍ਹ ਕੇ ਉਹ ਵਿਧਾਇਕ ਬਣ ਗਏ। ਮਨਵਿੰਦਰ ਸਿੰਘ ਗਿਆਸਪੁਰਾ ਉਹ ਸ਼ਖਸ ਆ ਜਿਹਨੇ 1984 ਦੇ ਸਿੱਖ ਕਤਲੇਆਮ, ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ, ਉਸ ਵੇਲੇ ਉਹਨਾਂ ਨੇ ਆਪਣੀ ਸਰਕਾਰੀ ਨੌਕਰੀ ਤੋਂ ਹਰਿਆਣੇ ਵਿੱਚ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਉਹ ਹੋਦ ਚਿੱਲੜ ਸਮੇਤ ਉਹ ਥਾਵਾਂ ਜਿੱਥੇ ਸਿੱਖਾਂ ਦਾ ਕਤਲੇਆਮ ਹੋਇਆ, ਸਿੱਖਾਂ ਦੀ ਨਸਲਕੁਸ਼ੀ ਸੀ, ਉਹਨਾਂ ਨੂੰ ਇਨਸਾਫ ਦਿਲਾਉਣ ਲਈ ਲੜਦੇ ਰਹੇ। ਪਰ ਮਨਵਿੰਦਰ ਸਿੰਘ ਗਿਆਸਪੁਰਾ ਇਕੱਲੇ ਹੀ ਨੰਗੇ ਧੜ ਲੜੇ ਆ। ਉਹਦੇ ਲਈ ਉਹਨਾਂ ਨੂੰ ਪੁਲਿਸ ਦੀਆਂ ਵਧੀਕੀਆਂ ਦਾ ਸਾਹਮਣਾ ਵੀ ਕਰਨਾ ਪਿਆ। ਹੁਣ ਉਹ ਕਿਉਂਕਿ ਪੁਲਿਸ ਦੀਆਂ ਜਿਹੜੀਆਂ ਵਧੀਕੀਆਂ ਆ, ਉਹਦਾ ਸੰਤਾਪ ਆਪਣੇ ਪਿੰਡ 'ਤੇ ਹਟਾ ਚੁੱਕੇ ਆ। ਇਸ ਕਰਕੇ ਉਹਨਾਂ ਨੂੰ ਇਹ ਦਰਦ ਆ ਲੋਕਾਂ ਦਾ ਕਿ ਇਹ ਜਿਹੜਾ ਨੈਕਸਸ ਆ ਇਹ ਤੋੜਨਾ ਬਣਦਾ। ਪਰ ਮੈਂ ਇੱਥੇ ਇੱਕ ਗੱਲ ਕਹਿਦਾ ਕਿ ਜਿਹੜੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਸਾਬਕਾ ਜਿਹੜੀ ਵਿਰੋਧੀ ਧਿਰ ਦੀ ਨੇਤਾ ਸਰਬਜੀਤ ਕੌਰ ਮਾਣੂਕ ਦੇ ਅਗਵਾਈ ਹੇਠ ਹਰਜੋਤ ਸਿੰਘ ਬੈਂਸ ਨੂੰ ਮਿਲੇ ਸੀਗੇ ਕਿ ਪੰਜਾਬ ਵਿੱਚ ਹਾਲੇ ਵੀ ਜਿਹੜਾ ਰੇਤ ਮਾਫੀਆ ਚੱਲ ਰਿਹਾ। ਜੇ ਆਮ ਆਦਮੀ ਪਾਰਟੀ ਸਿਰਫ ਤੇ ਸਿਰਫ ਇਹ ਚਾਹੂਗੀ ਕਿ ਅਫਸਰਾਂ ਦੇ ਸਿਰ ਤੇ ਇਹ ਕੁਝ ਹੋ ਸਕਣਾ, ਉਹ ਨਹੀਂ ਹੋਣਾ। ਆਮ ਆਦਮੀ ਪਾਰਟੀ ਨੂੰ ਇਹ ਲੜਾਈ ਉਸ ਤਰ੍ਹਾਂ ਲੜਨੀ ਪੈਣੀ ਆ ਜਿਵੇਂ ਉਹ ਪਹਿਲਾਂ ਵਿਰੋਧੀ ਧਿਰ 'ਚ ਰਹਿੰਦਿਆਂ ਲੜਦੇ ਸੀਗੇ। ਹੋ ਇਹ ਵੀ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਇਹ ਲੜਾਈ ਲੜਨ ਲਈ ਲੋਕਾਂ ਦਾ ਨਹੀਂ, ਘੱਟੋ ਘੱਟ ਪ੍ਰਸ਼ਾਸਨ ਦਾ ਜਿਹੜਾ ਵਿਰੋਧ ਆ ਉਹ ਸੇੜਨਾ ਪੈ ਜਾਏ। ਪ੍ਰਸ਼ਾਸਨ ਜਿਹੜੀ ਆ ਉਹ ਬੇਲਗਾਮ ਹੋ ਜਾਏ, ਅਫਸਰਸ਼ਾਹੀ ਹੱਥੋਂ ਨਿਕਲਣ ਲੱਗ ਜਾਏ। ਪਰ ਫਿਰ ਵੀ ਆਮ ਆਦਮੀ ਪਾਰਟੀ ਨੂੰ ਇਹ ਲੜਾਈ ਲੜਨ ਲਈ ਸਿਰਫ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਨਹੀਂ, ਸਗੋਂ ਸਾਰੇ ਵਿਧਾਇਕਾਂ ਨੂੰ ਉਹਦੀ ਪਿੱਠ 'ਤੇ ਆ ਕੇ ਖੜਨਾ ਪਊਗਾ। ਕਿਉਂਕਿ ਇਸ ਵੇਲੇ ਜਿਹੜੀ ਆਪਾਂ ਕਹੀਏ ਪੁਲਿਸ ਜਿਹੜੇ ਉੱਚ ਅਧਿਕਾਰੀ ਆ, ਉਹ ਚਾਹੇ ਘਟਨਾ ਨੂੰ ਲੈ ਕੇ ਚਿੰਤਤ ਤਾਂ ਹੈਗੇ ਆ, ਪਰ ਉਹਨਾਂ ਨੂੰ ਜਿਹੜਾ ਆਪਣਾ ਜਿਹੜਾ ਇੱਕ ਛੋਟੇ ਰੈਂਕ ਦਾ ਅਫਸਰ ਆ, ਉਹ ਜਿਸ ਤਰ੍ਹਾਂ ਫਸਿਆ
ਜਿਵੇਂ ਵਿਵਾਦਾਂ ਵਿੱਚ ਘਿਰਦਾ ਜਾ ਰਿਹਾ, ਇਹਦੇ ਨਾਲ ਉਹਨਾਂ ਨੂੰ ਆਪਣਾ ਜਿਹੜਾ ਇੱਕ ਆ ਉਹ ਡਰ ਜ਼ਰੂਰ ਪੈਣ ਲੱਗਾ। ਸੋ ਆਮ ਆਦਮੀ ਪਾਰਟੀ ਬਦਲਾਅ ਚਾਹੁੰਦੀ ਆ, ਪਰ ਇਹ ਮੈਂ ਦੱਸਦਾ ਕਿ ਇਹ ਬਦਲਾਅ ਜਿਹੜਾ ਇੰਨਾ ਸੌਖਾ ਨਹੀਂ ਹੈਗਾ। ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਪਾਸੇ ਨੂੰ ਤੁਰਦੇ ਆ। ਹਾਂ, ਇੱਥੇ ਇਹ ਵੀ ਚੇਤੇ ਕਰਾ ਦਾਂ ਕਿ ਸ਼ੁਰੂ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਹਸਪਤਾਲਾਂ ਵਿੱਚ, ਸਕੂਲਾਂ ਵਿੱਚ, ਦਫ਼ਤਰਾਂ ਵਿੱਚ ਛਾਪੇ ਮਾਰੇ ਸੀਗੇ, ਇਹ ਸਾਰੇ ਕੁਝ ਦਾ ਵਿਰੋਧ ਹੋਣ ਲੱਗਾ ਸੀਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਤਾੜ ਦਿੱਤਾ ਤੇ ਉਹ ਮੰਨ ਗਏ। ਪਰ ਹੁਣ ਜਿਹੜਾ ਇੱਕ ਮਨਿੰਦਰ ਸਿੰਘ ਗਿਆਸਪੁਰਾ ਉਦਾਹਰਨ ਬਣਿਆ ਕਿ ਉਹ ਪੁਲਿਸ ਦੇ ਮਾਫੀਏ ਨੂੰ ਤੋੜਨਾ ਚਾਹੁੰਦਾ। ਦੇਖੋ, ਇਹ ਤਾਂ ਕਿਸੇ ਕੋਈ ਭੁੱਲਿਆ ਨਹੀਂ ਹੈ ਕਿ ਪੁਲਿਸ ਇੱਕ ਇਹੋ ਜਿਹਾ ਸਮਾਂ ਸੀਗਾ ਜਦੋਂ ਪੁਲਿਸ ਜਿਹਨੂੰ ਚਾਹੁੰਦੀ ਸੀ ਚੱਕ ਕੇ ਅੰਦਰ ਕਰਨ ਦੀ ਸੀ। ਪੁਲਿਸ ਜਦੋਂ ਦਿਲ ਕਰਦਾ ਸੀਗਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ ਸੀਗਾ, ਗੋਲੀ ਮਾਰ ਦਿੱਤੀ ਜਾਂਦੀ ਸੀ, ਕਿਸੇ ਦੀ ਗੱਡੀ ਘਰ 'ਚ ਫੀਮ ਰੱਖ ਦਿੱਤੀ ਜਾਂਦੀ ਸੀ। ਤੇ ਬੜੀ ਵਾਰ ਅਜਿਹੇ ਕੇਸ ਆਏ ਆ ਕਿ ਜਿੱਥੇ ਵੱਧ ਨਸ਼ਾ ਫੜਿਆ ਗਿਆ ਘੱਟ ਪਾ ਦਿੱਤਾ, ਜੇ ਅੰਡਰ ਦਾ ਟੇਬਲ ਕੁਝ ਮਿਲ ਗਿਆ। ਸੋ ਸਾਰਾ ਕੁਝ ਤੋੜਨ ਲਈ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਮਿਹਨਤ ਕਰਨੀ ਪੈਣੀ ਆ। ਹੋ ਸਕਦਾ ਉਸ ਤਰ੍ਹਾਂ ਦਾ ਸੰਘਰਸ਼ ਕਰਨਾ ਪਵੇ ਜਿਸ ਤਰ੍ਹਾਂ ਦਾ ਸੰਘਰਸ਼ ਜਿਹੜਾ ਆ ਦਿੱਲੀ ਕਿਸਾਨਾਂ ਨੇ ਕੀਤਾ ਸੀ ਦਿੱਲੀ ਦੀਆਂ ਬਰੂਹਾਂ ਉੱਤੇ। ਉਹਦੇ ਲਈ ਇੱਕ ਜਿਹੜਾ ਜੇਰਾ ਸਬਰ ਚਾਹੀਦਾ। ਇਹ ਸਾਰੇ ਕੁਝ ਨੂੰ ਮੁਕਾਉਣ ਲਈ ਬੜਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਨੂੰ ਸਰਕਾਰ ਵਿੱਚ ਹੁੰਦਿਆਂ ਵੀ ਲੜਾਈ ਲੜਨੀ ਪੈਣੀ ਆ। ਵੈਸੇ ਹੁੰਦਾ ਤਾਂ ਇਹ ਆ ਕਿ ਵਿਰੋਧੀ ਧਿਰ 'ਚ ਹੁੰਦਿਆਂ ਤੁਸੀਂ ਸਰਕਾਰ ਦੇ ਖਿਲਾਫ ਲੜਾਈ ਲੜਦੇ ਹੋ, ਪਰ ਇਸ ਵਾਰੀ ਜਿਹੜੇ ਹਾਲਾਤ ਕੁਝ ਹੋਰ ਤਰ੍ਹਾਂ ਦੇ ਆ ਕਿ ਤੁਹਾਨੂੰ ਸੱਤਾ ਵਿੱਚ ਹੁੰਦਿਆਂ ਹੋਇਆਂ ਵਿਰੋਧੀ ਪਾਰਟੀਆਂ, ਮਾਫੀਆ ਤੇ ਜਿਹੜਾ ਪੁਲਿਸ ਸਿਆਸਤ ਜਾਂ ਪੁਲਿਸ ਚਾਸੋ ਦਾ ਗੱਠ ਜੋੜਿਆ, ਇਹਨੂੰ ਤੋੜਨ ਲਈ ਇੱਕ ਜਿਹੜੀ ਲੜਾਈ ਆ ਉਹ ਲੜਨੀ ਪੈਣੀ ਆ। ਇਸੇ ਕੜੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਹੋਰ ਫੈਸਲਾ ਲਿਆ ਕਿ ਜਿਹੜੀਆਂ ਸਰਕਾਰੀ ਬੱਸਾਂ ਆ ਉਹ ਦਿੱਲੀ ਦੇ ਜਿਹੜਾ ਕੌਮਾਂਤਰੀ ਹਵਾਈ ਅੱਡਾ ਉੱਤੋਂ ਚੱਲਣਗੀਆਂ। ਪਹਿਲਾਂ ਇਹ ਸੀਗਾ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਜਿਹੜੀਆਂ ਉੱਥੇ ਨਹੀਂ ਸੀ ਜਾਂਦੀਆਂ, ਜਿਹੜੇ ਕੁਝ ਰੂਟ ਸੀਗੇ ਉਹ ਸੀਗੇ ਦਿੱਲੀ ਦੇ ਅੰਤਰਰਾਜੀ ਬੱਸ ਅੱਡੇ ਤੱਕ। ਪਰ ਹੁਣ ਜਦੋਂ ਬੱਸਾਂ ਸਰਕਾਰੀ ਚੱਲਣਗੀਆਂ ਤਦ ਬਾਦਲਾਂ ਦਾ ਜਿਹੜਾ ਇਹ ਸੀਗਾ ਗੱਠਜੋੜ ਕਿ ਇੰਡੋ ਕੈਨੇਡੀਅਨ ਬੱਸ ਰਾਹੀਂ ਮਰਜ਼ੀ ਦੇ ਜਾਂ ਕਿਰਾਏ ਵਸੂਲੇ ਜਾਣ, ਮਰਜ਼ੀ ਦੇ ਭਾਅ ਲਏ ਜਾਣ, ਮਰਜ਼ੀ ਨਾਲ ਲੋਕਾਂ ਨੂੰ ਜਿਹੜਾ ਉੱਥੋਂ ਢੋਇਆ ਜਾਵੇ, ਇਹ ਸਾਰਾ ਕੁਝ ਜਿਹੜਾ ਆ ਉਹ ਬੰਦ ਹੋ ਜਾਊਗਾ। ਵੈਸੇ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਇਹ ਕੋਸ਼ਿਸ਼ ਤਾਂ ਕੀਤੀ ਸੀਗੀ, ਪਰ ਉਦੋਂ ਇਹ ਕਹਿੰਦੇ ਰਹੇ ਕਿ ਅਰਵਿੰਦ ਕੇਜਰੀਵਾਲ ਨਹੀਂ ਚਾਹੁੰਦੇ, ਜਿਸ ਕਰਕੇ ਨਹੀਂ ਹੋ ਸਕਿਆ। ਪਰ ਇਸ ਵਾਰ ਲਾਲਜੀਤ ਸਿੰਘ ਭੁੱਲਰ ਨੇ ਕਹਿ ਦਿੱਤਾ ਕਿ ਉਹ ਇਹ ਜਿਹੜਾ ਨੈਕਸਸ ਆ, ਜਿਹੜਾ ਇਹ ਬੱਸ ਮਾਫੀਆ ਆ, ਟਰਾਂਸਪੋਰਟ ਦਾ ਮਾਫੀਆ ਆ, ਉਹਨੂੰ ਤੋੜਨਗੇ। ਤੇ ਦੋਨਾਂ ਤਰ੍ਹਾਂ ਦੀ ਦਿੱਲੀ ਤੇ ਪੰਜਾਬ ਸਰਕਾਰ ਦੀ ਜਿਹੜੀ ਸਹਿਮਤੀ ਆ ਇਹ ਬਣ ਗਈ ਆ। ਤੇ ਹੁਣ ਰਸਮੀ ਜਦੋਂ ਕਾਰਵਾਈ ਪੂਰੀ ਹੋ ਗਈ ਤਾਂ ਬੱਸਾਂ ਕਦੋਂ ਸ਼ੁਰੂ ਹੁੰਦੀਆਂ ਇਹ ਦੇਖਣਾ ਪਊਗਾ। ਪਰ ਇੱਕ ਤੇ ਗੱਲ ਕਹਿਦਾ ਕਿ ਪੰਜਾਬ ਕੋਲੇ ਬੱਸਾਂ ਦੀ ਘਾਟ ਨਹੀਂ। ਪਿਛਲੇ ਦਿਨ ਅਸੀਂ ਸਟੋਰੀ ਕੀਤੀ ਸੀਗੀ ਕਿ ਪੰਜਾਬ ਦੀਆਂ 657 ਬੱਸਾਂ ਡਿਪੂਆਂ ਵਿੱਚ ਖੜੀਆਂ ਬੇਕਾਰ, ਕਿਉਂਕਿ ਉਹਨਾਂ ਦੇ ਡਰਾਈਵਰ ਜਾਂ ਕੰਡਕਟਰ ਨਹੀਂ ਹੈਗੇ। ਇਹ ਸਾਰੇ ਜਿਹੜੇ ਕਦਮ ਆ ਹੌਲੀ ਕਰਕੇ ਜਿਹੜਾ ਖਜ਼ਾਨਾ ਖਾਲੀ ਹੋਇਆ ਉਹਨੂੰ ਭਰਨ ਵੱਲ ਸ਼ੁਰੂਆਤ ਆ। ਤੇ ਹੁਣ ਇੱਕ ਪੰਜਾਬ ਸਰਕਾਰ ਦੇ ਉਸ ਫੈਸਲੇ ਦੀ ਗੱਲ ਕਰ ਲੈਂਦੇ ਆ ਜਿਹਦੇ ਵਿੱਚ ਪਿਛਲੀਆਂ ਸਾਰੀਆਂ ਸਰਕਾਰਾਂ ਢੰਡੋਰਾ ਪਿੱਟਦੀਆਂ ਰਹੀਆਂ ਕਿ ਅਸੀਂ ਬਿਜਲੀ ਮੁਫਤ ਦੇਵਾਂਗੇ, ਬਿਜਲੀ 24 ਘੰਟੇ ਦੇਵਾਂਗੇ। ਹਾਲ ਦੀ ਘੜੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਿਜਲੀ ਪੂਰੀ ਤਾਂ ਦੇ ਨਹੀਂ ਸਕੀ ਹੈਗੀ। ਇਹ ਵੀ ਕਹਦਾ ਕਿ ਜਿਹੜੇ ਅੱਗੇ ਨਾਲ ਵੱਧ ਕੱਟ ਆ ਉਹ ਲੱਗ ਰਹੇ ਆ, ਪਰ ਸਰਕਾਰ ਨੇ ਫੈਸਲਾ ਲਿਆ ਕਿ ਉਹ ਵੱਡੇ ਲੋਕ, ਉਹ ਧਨਾਢ ਲੋਕ, ਉਹ ਅਸਰ ਰਸੂਖੇ ਲੋਕ ਜਿਹੜੇ ਡਿਫਾਲਟਰ ਆ, ਜਿਨ੍ਹਾਂ ਨੇ ਬਿਜਲੀ ਬਿੱਲ ਨਹੀਂ ਭਰੇ, ਜਿਨ੍ਹਾਂ ਵੱਲ ਲੱਖਾਂ ਦਾ ਬਕਾਇਆ ਖੜਾ, ਉਹਨਾਂ ਲੋਕਾਂ ਕੋਲ ਜਿਹੜਾ ਬਕਾਇਆ ਆ ਉਹ ਜ਼ਰੂਰ ਵਸੂਲਣਾ ਹੈਗਾ। ਤੇ ਸਰਕਾਰ ਨੇ 5 ਲੱਖ ਤੋਂ ਵੱਧ ਰਕਮ ਜਿਹੜੇ ਡਿਫਾਲਟਰ ਆ ਉਹਨਾਂ ਬਾਰੇ ਇੱਕ ਅੰਕੜਾ ਤਿਆਰ ਕੀਤਾ। ਪਤਾ ਇਹ ਲੱਗਾ ਕਿ ਪੰਜਾਬ ਭਰ ਵਿੱਚ ਅਜਿਹੇ ਲੋਕਾਂ ਦੀ ਜਿਹੜੀ ਗਿਣਤੀ ਆ ਉਹ 900 ਆ ਤੇ 1 ਦਰਜਨ ਦੇ ਕਰੀਬ ਉਹ ਲੋਕ ਆ ਜਿਨ੍ਹਾਂ ਵੱਲ ਬਿਜਲੀ ਦਾ 1 ਕਰੋੜ ਤੋਂ ਵੱਧ ਬਕਾਇਆ ਖੜਾ। ਪਿਛਲੇ ਦਿਨੀ ਅਜਿਹੀਆਂ ਖਬਰਾਂ ਲੱਗਦੀਆਂ ਰਹੀਆਂ ਨਵਜੋਤ ਸਿੰਘ ਸਿੱਧੂ ਬਾਰੇ ਕਿ ਜਦੋਂ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸੀਗੇ ਤਦ ਉਹਨਾਂ ਸਿਰ ਜਿਹੜਾ ਆ ਕਈ ਲੱਖਾਂ ਦਾ ਬਕਾਇਆ ਖੜਾ ਸੀਗਾ। ਇੱਕ ਰਿਪੋਰਟ ਇਹ ਵੀ ਆਈ ਸੀਗੀ ਕਿ ਪਟਿਆਲਾ ਸ਼ਹਿਰ ਦਾ ਹੀ ਜਿਹੜਾ ਆ ਉਹ ਕੋਈ 6 ਕਰੋੜ ਦਾ ਬਕਾਇਆ ਖੜਾ, ਕਿਉਂਕਿ ਜਿਹੜਾ ਸ਼ਹਿਰ ਆ ਉਹ ਮੁੱਖ ਮੰਤਰੀ ਉਸ ਵੇਲੇ ਜਿਹੜੇ ਸੀਗੇ ਅਮਰਿੰਦਰ ਸਿੰਘ ਦਾ ਸੀਗਾ। ਤੇ ਬਿਜਲੀ ਵਾਲੇ ਇਹ ਹੀਹਾ ਨਹੀਂ ਕਰਦੇ ਕਿ ਉਹਨਾਂ ਦੇ ਆਂਢ ਗੁਆਂਢ ਵਿੱਚੋਂ ਜਾਂ ਗਲੀ ਮੁਹੱਲੇ ਵਿੱਚੋਂ ਜਿਹੜਾ ਬਿੱਲ ਆ ਉਹਦੀ ਉਗਰਾਹੀ ਕਰ ਲਈ ਜਾਵੇ। ਹੁਣ ਜਿਹੜੀ ਇੱਕ ਸੂਚੀ ਤਿਆਰ ਕੀਤੀ ਆ ਸਰਕਾਰ ਨੇ, ਉਹਦੇ ਵਿੱਚ ਇਹ ਆ ਕਿ ਜਿਹੜੇ ਬਾਰਡਰ ਜ਼ੋਨ ਆ
ਉੱਥੋਂ ਦੇ ਜਿਹੜੇ ਡਿਫਾਲਟਰ ਆ ਉਹਨਾਂ ਸਿਰ 830 ਕਰੋੜ ਦਾ ਕਰਜ਼ਾ ਖੜਾ, ਤੇ ਜਿਹੜੀ ਉੱਤਰੀ ਜ਼ੋਨ ਆ ਉਹਦੇ ਵੱਲ ਖੜਾ 512 ਕਰੋੜ ਦਾ ਕਰਜ਼ਾ। ਇਸੇ ਤਰ੍ਹਾਂ ਪੱਛਮੀ ਜ਼ੋਨ ਦੇ ਜਿਹੜੇ ਡਿਫਾਲਟਰ ਆ ਉਹਨਾਂ ਵੱਲ 800 ਕਰੋੜ ਦੀ ਦੇਣਦਾਰੀ ਖੜੀ ਆ। ਦੱਖਣੀ ਜ਼ੋਨ ਦੇ ਜਿਹੜੇ ਡਿਫਾਲਟਰ ਆ ਉਹਨਾਂ ਵੱਲ ਸਭ ਤੋਂ ਵੱਧ 1610 ਕਰੋੜ, ਤੇ ਕੇਂਦਰੀ ਜ਼ੋਨ ਦੇ ਡਿਫਾਲਟਰਾਂ ਵੱਲ 670 ਕਰੋੜ ਦਾ ਜਿਹੜਾ ਬਕਾਇਆ ਆ ਉਹ ਖੜਾ ਆ। ਇਹਨਾਂ ਨੇ ਕਈ ਚਿਰਾਂ ਤੋਂ ਬਿੱਲ ਨਹੀਂ ਭਰੇ, ਜਿਹੜੇ ਬਿੱਲ ਆ ਉਹ ਮੰਗੇ ਗਏ ਪਰ ਨਹੀਂ ਭਰੇ, ਵੱਧਦੇ ਗਏ, ਤੇ ਡਰਦਿਆਂ ਨੇ ਕਿਸੇ ਨੇ ਕਨੈਕਸ਼ਨ ਕੱਟਣ ਨੂੰ ਹੱਥ ਨਹੀਂ ਪਾਇਆ। ਪਰ ਹੁਣ ਪਤਾ ਹੀ ਲੱਗਾ ਕਿ ਸਰਕਾਰ ਵੈਸੇ ਤਾਂ ਜਿਹੜੀ ਉਗਰਾਹੀ ਆ ਉਹ ਸ਼ੁਰੂ ਕਰਤੀ, ਪਰ ਜਿਹੜੀ ਉਗਰਾਹੀ ਵੱਡੀ ਉਗਰਾਹੀ ਸ਼ੁਰੂ ਕਰੂਗੀ ਉਹ ਇਹਨਾਂ ਧਨਾਡਾ ਕੋਲੋਂ, ਔਰ ਇਹ ਰਕਮ ਜਿਹੜੀ ਆ ਕੋਈ 4400 ਕਰੋੜ ਦੀ ਬਣਦੀ ਆ। ਸੋ ਜੋ 4400 ਕਰੋੜ ਜਿਹੜਾ ਖਾਤੇ ਵਿੱਚ ਆ ਗਿਆ, ਤੇ ਵੈਸੇ ਸਾਡਾ ਤਾਂ ਸੁਝਾਅ ਇਹ ਆ ਕਿ ਇਹਨਾਂ ਧਨਾਡਾਂ ਦੇ ਜਿਹੜੇ ਮੀਟਰ ਕਨੈਕਸ਼ਨ ਆ ਉਹ ਕੱਟ ਦਿੱਤੇ ਜਾਣ, ਤਾਂ ਕਿ ਇਹਨਾਂ ਸਿਰ ਇੱਕ ਤਾਂ ਜਿਹੜੀ ਰਕਮ ਆ ਉਹ ਪੁਰਾਣੇ ਵਿਆਜ ਤੇ ਜੁਰਮਾਨਿਆਂ ਵਸੂਲੀ ਜਾਵੇ, ਦੂਜਾ ਇਹ ਕਿ ਕਨੈਕਸ਼ਨ ਕੱਟਣ ਤੇ ਕਨੈਕਸ਼ਨ ਲਾਉਣ ਦੇ ਜਿਹੜੇ ਚਾਰਜ ਆ ਉਹ ਵੀ ਲਏ ਜਾਣ, ਕਿਉਂਕਿ ਇਹਨਾਂ ਧਨਾਡਾਂ ਦੀਆਂ ਗੋਗੜਾਂ ਜਿਹੜੀਆਂ ਉਹ ਨਹੀਂ ਹਿੱਲਣੀਆਂ, ਪਰ ਸਰਕਾਰੀ ਖਜ਼ਾਨੇ ਨੂੰ ਜਿਹੜਾ ਲਾਭ ਆ ਉਹ ਜ਼ਰੂਰ ਹੋ ਜਾਊਗਾ। ਤੇ ਸਰਕਾਰੀ ਖਜ਼ਾਨਾ ਭਰਨ ਦੀ ਜਿਹੜੀ ਇੱਕ ਹੋਰ ਗੱਲ ਕਰ ਲਈ ਆਪਾਂ ਇਹ, ਪਰ ਉਹ ਸਰਕਾਰ ਦੀ ਜਿਹੜੀ ਨੀਤੀ ਆ ਵਿਵਾਦਾਂ 'ਚ ਕਰਦੀ ਆ ਰਹੀ ਆ। ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਸ਼ਰਾਬ ਤੋਂ ਪੈਸੇ ਕਮਾਉਣੇ ਚਾਹੁੰਦੀ ਆ। ਸ਼ਰਾਬ ਦੀ ਆਮਦਨ ਤੋਂ ਹੁਣ ਬੜਾ ਜਿਹੜਾ ਹੈਗਾ ਪੈਸਾ ਆਉਣਾ, ਉਹਦੇ ਨਾਲ ਖਜ਼ਾਨਾ ਭਰਨਾ ਚਾਹੁੰਦੀ ਆ। ਪਰ ਜਿਵੇਂ ਦਾ ਆਪਾਂ ਕਹਿ ਲਈਏ ਕਿ ਆਮ ਆਦਮੀ ਪਾਰਟੀ ਦਾ ਕਰੈਕਟਰ ਆ, ਜਾਂ ਜਿਵੇਂ ਦੇ ਵਾਅਦੇ ਕੀਤੇ ਆ, ਜਾਂ ਆਪਾਂ ਕਹਿ ਲਈਏ ਜਿਸ ਤਰ੍ਹਾਂ ਦੀ ਸੋਚ ਰੱਖਦੀ ਆ, ਉਸ ਤਰ੍ਹਾਂ ਮੈਨੂੰ ਇਹ ਲੱਗਦਾ ਕਿ ਸਰਕਾਰ ਨੂੰ ਜਿਹੜੀ ਆਬਕਾਰੀ ਨੀਤੀ ਆ ਉਹਦੇ ਉੱਤੇ ਮੁੜ ਵਿਚਾਰ ਕਰਨ ਦੀ ਲੋੜ ਆ। ਦੇਖੋ, ਪਿਛਲੀਆਂ ਸਰਕਾਰਾਂ ਜਿਹੜੀਆਂ ਉਹ ਆਮਦਨ ਨੂੰ ਉਡੀਕਦੀਆਂ ਰਹੀਆਂ ਇਹਨਾਂ ਸ਼ਰਾਬ ਦੇ ਠੇਕੇਦਾਰਾਂ ਕੋਲੋਂ, ਪਰ ਸ਼ਰਾਬ ਦੇ ਧੰਦੇ ਹੇਠ ਕਿੰਨੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਤੁਹਾਡੇ ਚੇਤੇ 'ਚ ਹੋਣਾ ਕਿ ਸਰਹੱਦੀ ਖੇਤਰ 'ਚ ਕੋਈ 125 ਦੇ ਕਰੀਬ ਜਿਹੜੇ ਲੋਕ ਆ ਉਹ ਜ਼ਹਿਰੀਲੀ ਸ਼ਰਾਬ ਪੀਣਾ ਮਰ ਗਏ ਸੀਗੇ। ਤੇ ਉਦੋਂ ਬਾਅਦ 1-2 ਵਿਧਾਇਕਾਂ ਸਮੇਤ ਕਿੰਨੇ ਕਾਂਗਰਸੀ ਲੀਡਰਾਂ ਦੀ ਜਿਹੜੀ ਫੈਕਟਰੀ ਫੜੀਆਂ ਗਈਆਂ ਸੀ ਕਿ ਉਹ ਜਾਲੀ ਸ਼ਰਾਬ ਬਣਾਉਂਦੀਆਂ। ਜਿਹੜੇ ਇਹ ਕੁਝ ਵਰਤਾਰਾ ਆ, ਲੋੜ ਤਾਂ ਇਹ ਆ ਕਿ ਜਿਹੜੇ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਆ, ਨਕਲੀ ਸ਼ਰਾਬ ਬਣਾਉਣ ਵਾਲੇ ਆ, ਉਹਨਾਂ ਨੂੰ ਨੱਥ ਪਾਈ ਜਾਵੇ। ਪਰ ਆਪਾਂ ਇਹ ਕਹਿ ਦਈਏ ਕਿ ਜਿਹੜਾ ਸ਼ਰਾਬ ਪੀਣਾ ਉਹ ਨਸ਼ਾ ਨਹੀਂ ਹੈਗਾ, ਤਾਂ ਸਰਕਾਰ ਦੀ ਜਿਹੜੀ ਸੋਚ ਆ ਉਹ ਦਰੁਸਤ ਨਹੀਂ ਹੈ। ਉਂਝ ਸਰਕਾਰ ਜਿਹੜੀ ਆ ਸ਼ਰਾਬ ਤੇ ਸੈਸ ਲਾ ਕੇ ਗਊ ਸੈਸ ਵੀ ਲੈ ਰਹੀ ਆ ਤੇ ਐਜੂਕੇਸ਼ਨ ਸੈਸ ਵੀ ਲੈ ਰਹੀ ਆ, ਪਰ ਮੈਨੂੰ ਨਹੀਂ ਲੱਗਦਾ ਬਾਵਜੂਦ ਇਹਦੇ ਚਾਹੇ ਸ਼ਰਾਬ ਤੋਂ ਆਮਦਨ ਜਿਹੜੀ ਆ ਉਹ ਕਾਫੀ ਹੋ ਰਹੀ ਆ, ਪਰ ਲੋਕਾਂ ਦੀ ਜਾਨ ਦੇ ਬਰਾਬਰ ਕੁਝ ਵੀ ਨਹੀਂ ਹੈਗਾ। ਤੁਸੀਂ ਦੇਖਿਆ ਹੋਊਗਾ ਕਿੰਨੀਆਂ ਸਾਰੀਆਂ ਔਰਤਾਂ ਸਵਾਣੀਆਂ ਜਿਹੜੀਆਂ ਆ ਉਹ ਪਿੰਡਾਂ 'ਚ ਖੁੱਲ੍ਹਦੇ ਠੇਕਿਆਂ ਦੇ ਖਿਲਾਫ ਜਿਹੜੇ ਆ ਉਹ ਪ੍ਰਦਰਸ਼ਨ ਕਰਦੀਆਂ, ਲੋਕਾਂ ਦੇ ਸ਼ਰਾਬ ਨਾਲ ਘਰਾਂ ਦੇ ਘਰ ਉਜੜ ਗਏ। ਤੇ ਆਪਾਂ ਜਿੱਥੇ ਕਹਿ ਲਈਏ ਕਿ ਸ਼ਰਾਬ ਕੋਈ ਨਸ਼ਾ ਨਹੀਂ ਹੈਗਾ, ਨਸ਼ਾ ਸ਼ਰ ਚਿੱਟਾ ਆ ਜਾਂ ਜਿਹੜੇ ਹੋਰ ਟੀਕੇ ਲੱਗਦੇ ਆ ਉਹੀ ਆ, ਨਹੀਂ, ਸ਼ਰਾਬ ਪੀ ਕੇ ਲੋਕ ਕਿਵੇਂ ਨਸ਼ਾ ਗਾਹਾਂ ਵੱਧਦੇ ਜਾਂਦੇ ਆ। ਜਾਂ ਆਪਾਂ ਇਹ ਕਹਿ ਲਈਏ ਕਿ ਇੱਕ ਰਿਪੋਰਟ ਇਹ ਸਾਹਮਣੇ ਆਈ ਸੀ ਕਿ ਪੰਜਾਬ ਵਿੱਚ 19 ਸ਼ਰਾਬ ਪੀਤੀ ਜਾਂਦੀ ਆ ਜਿੰਨਾ ਚੰਡੀਗੜ੍ਹ ਦੀ ਸੁਖਨਾ ਲੇਕ 'ਚ ਪਾਣੀ ਆ। ਸੋ ਜੇ ਤੁਸੀਂ ਇਹ ਕਹੋ ਕਿ ਸ਼ਰਾਬ ਨਸ਼ਾ ਨਹੀਂ, ਇਹਨੂੰ ਪੀਣ ਦੀ ਵਰਤਣ ਦੀ ਜਿੰਨੀ ਮਰਜ਼ੀ ਖੁੱਲ੍ਹ ਹੋਵੇ, ਮੈਨੂੰ ਜ ਲੱਗਦਾ ਕਿ ਆਮ ਆਦਮੀ ਪਾਰਟੀ ਤੇ ਇਹ ਸੋਚ ਇੱਕ ਦੂਜੇ ਨਾਲ ਨਹੀਂ ਢੁੱਕਦੀ ਹੈਗੀ। ਚਾਹੀਦਾ ਇਹ ਆ ਕਿ ਆਮਦਨ ਦੇ ਜਿਹੜੇ ਹੋਰ ਸਾਧਨ ਆ ਉਹ ਕ੍ਰੀਏਟ ਕੀਤੇ ਜਾਣ, ਪਰ ਸ਼ਰਾਬ ਜਿਹੜੀ ਆ ਉਹਦੀ ਵਿਕਰੀ ਨੂੰ ਘੱਟ ਤੋਂ ਘੱਟ ਜਾਂ ਉਤਸ਼ਾਹਿਤ ਕੀਤਾ ਜਾਵੇ। ਇਹਦੇ ਲਈ ਸਰਕਾਰ ਕੋਲੇ ਕਈ ਸਾਰੀਆਂ ਜਿਹੜੀਆਂ ਆਪਸ਼ਨਸ ਆ ਉਹ ਹੈਗੀਆਂ। ਆਪਾਂ ਇਹ ਵੀ ਇੱਥੇ ਦੱਸ ਦਈਏ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਨਸ਼ਾ ਉਹ ਨਹੀਂ, ਦੂਜਾ ਨਹੀਂ, ਸ਼ਰਾਬ ਦੇ ਨਸ਼ੇ 'ਚ ਵੀ ਜਿਹੜੇ ਲੋਕ ਆ ਉਹ ਗਲਤ ਕੰਮ ਕਰਦੇ ਆ, ਸ਼ਰਾਬ ਦੇ ਨਸ਼ੇ ਵਿੱਚ ਵੀ ਜਿਹੜੇ ਆ ਕਤਲ ਹੁੰਦੇ ਆ। ਸੋ ਚਾਹੀਦਾ ਇਹ ਆ ਕਿ ਲੋਕਾਂ ਦੀ ਜਿਹੜੀ ਪ੍ਰਵਿਰਤੀ ਆ ਇਹਨੂੰ ਰੋਕਿਆ ਜਾਵੇ। ਬੜਾ ਕੁਝ ਸਰਕਾਰ ਜਿਹੜਾ ਇਸ ਪਾਸੇ ਨੂੰ ਕਰ ਸਕਦੀ ਆ। ਇੱਕ ਹੋਰ ਵੀ ਹੋ ਸਕਦਾ ਕਿ ਜਿਹੜੀ ਸ਼ਰਾਬ ਦੀਆਂ ਦੁਕਾਨਾਂ ਆ ਉਹਨਾਂ ਦਾ ਇੱਕ ਨਿਰਧਾਰਤ ਸਮਾਂ ਕਰਤਾ ਜਾਵੇ ਕਿ ਇਹ ਬਾਜ਼ਾਰ ਦੇ ਨਾਲ ਖੁੱਲ੍ਹਣਗੀਆਂ, ਬਾਜ਼ਾਰ ਦੇ ਨਾਲ ਬੰਦ ਹੋਣਗੀਆਂ। ਹੁਣ ਤਾਂ ਜਿਹੜੇ ਸ਼ਰਾਬ ਦੇ ਠੇਕੇ ਆ ਸਵੇਰੇ 6 ਵਜੇ ਖੁੱਲ੍ਹ ਜਾਂਦੇ ਆ, ਰਾਤ ਨੂੰ 12 ਵਜੇ ਤੱਕ ਚੱਲਦੇ ਆ, ਤੇ ਇਹ ਜਿਹੜਾ ਬਾਕੀ ਦਾ ਸਮਾਂ ਆ ਇਹਦੇ ਵਿੱਚ ਚੋਰ ਮੋਰੀ ਰਾਹੀਂ ਸ਼ਰਾਬ ਵਿਕਦੀ ਆ। ਜਦੋਂ ਡਰਾਈ ਡੇ ਹੁੰਦੇ ਆ, ਜਦੋਂ ਸਰਕਾਰਾਂ ਇਹ ਕਹਿੰਦੀਆਂ ਕਿ ਅੱਜ ਛੁੱਟੀ ਦੇ ਦਿਨ ਜਾਂ ਵੋਟਾਂ ਦੇ ਦਿਨ ਜਾਂ ਗਿਣਤੀ ਦੇ ਦਿਨ ਸ਼ਰਾਬ ਨਹੀਂ ਵਿਕਣੀ, ਤਾਂ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਸ਼ਟਰ ਦੇ ਥੱਲੋਂ ਹੀ ਸ਼ਰਾਬ ਲੈਂਦੇ ਆ, ਪਿੱਛੇ ਦੀ ਮਘੋਰੇ ਰੱਖੇ ਹੁੰਦੇ ਆ। ਤੇ ਹੋਰ ਤਾਂ ਹੋਰ, ਜਦੋਂ ਕਰੋਨਾ ਸੀਗਾ ਉਸ ਕਰੋਨਾ ਵੇਲੇ ਵੀ ਜਿਹੜੀ ਸ਼ਰਾਬ ਆ ਦੁਕਾਨਾਂ ਬੰਦ ਸੀਗੀਆਂ ਤਦ ਵਿਕਦੀ ਰਹੀ ਆ। ਔਰ ਅਸੀਂ ਅੱਖੀਂ ਦੇਖਿਆ
ਕਿ ਮੋਹਾਲੀ ਵਿੱਚ ਘੱਟੋ ਘੱਟ ਇੱਕ ਸਮਾਂ ਰੱਖਿਆ ਹੋਇਆ ਸੀਗਾ ਕਿ ਉਸ ਸਮੇਂ ਜਿਹੜਾ ਆ ਔਰ ਇਹ ਠੇਕੇ ਜਿਹੜੇ ਆ ਇੱਕ ਵੱਡੇ ਸਿਆਸੀ ਲੀਡਰ ਦੇ ਸੀਗੇ ਔਰ ਇਹਨਾਂ ਜਿਹੜੇ ਠੇਕੇ ਆ ਇਹਨਾਂ ਵਿੱਚ ਰਾਤ ਨੂੰ ਜਦੋਂ ਬੱਤੀ ਜਗਦੀ ਸੀਗੀ ਤਾਂ ਇਹ ਪਛਾਣ ਹੁੰਦੀ ਸੀਗੀ ਕਿ ਜਿਹੜਾ ਕੰਮ ਆ ਉਹ ਸ਼ੁਰੂ ਹੋ ਗਿਆ ਤੇ ਸ਼ਰਾਬ ਪਿੱਛੋਂ ਦੀ ਫੜੀ ਜਾ ਸਕਦੀ ਆ। ਸੋ ਚਾਹੀਦਾ ਇਹ ਆ ਕਿ ਸਰਕਾਰ ਨੂੰ ਜਿਹੜੇ ਆਮਦਨ ਦੇ ਸਾਧਨ ਆ ਉਹ ਹੋਰ ਪਾਸੇ ਚਲਾਉਣੇ ਚਾਹੀਦੇ ਆ। ਸ਼ਰਾਬ ਉੱਤੇ ਪਾਬੰਦੀ ਲੱਗਣੀ ਚਾਹੀਦੀ ਆ ਕਿਉਂਕਿ ਸ਼ਰਾਬ ਨੇ ਬੜੇ ਹੀ ਘਰ ਉਜਾੜੇ ਆ, ਬੜੀਆਂ ਜਿਹੜੀਆਂ ਔਰਤਾਂ ਆ ਉਹਨਾਂ ਦਾ ਸੁਹਾਗ ਜਿਹੜਾ ਉਹ ਲੁੱਟਿਆ ਗਿਆ। ਔਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇ ਸ਼ਰਾਬ ਇੰਨੀ ਮਾੜੀ ਨਾ ਹੋਵੇ ਤਾਂ ਔਰਤਾਂ ਨੂੰ ਜਿਹੜਾ ਆ ਉਹ ਠੇਕੇ ਚੁਕਾਉਣ ਲਈ ਏਡੇ ਏਡੇ ਪ੍ਰਦਰਸ਼ਨ ਨਾ ਕਰਨ ਪੈਣ। ਵੈਸੇ ਇੱਕ ਗੱਲ ਜਿਹੜੀ ਦਿਲ ਦੀ ਕਰ ਦੇਣੀ ਚਾਹੀਦੀ ਆ ਕਿ ਕਿੰਨੀਆਂ ਘਟਨਾਵਾਂ ਆਉਂਦੀਆਂ ਜਦੋਂ ਇਹ ਸਾਹਮਣੇ ਸੁਣਨ ਨੂੰ ਮਿਲਦਾ ਕਿ ਇੱਕ ਪਤੀ ਨੇ ਆਪਣੀ ਪਤਨੀ ਇਸ ਕਰਕੇ ਕੁੱਟ ਦਿੱਤੀ ਕਿ ਉਹ ਸ਼ਰਾਬ ਲਈ ਪੈਸੇ ਨਹੀਂ ਸੀ ਦੇ ਰਹੀ ਜਾਂ ਸ਼ਰਾਬ ਲਈ ਗਹਿਣੇ ਨਹੀਂ ਸੀ ਵੇਚ ਰਹੀ। ਸੋ ਇਹ ਜਿਹੜੀ ਮੈਨੂੰ ਇੰਝ ਲੱਗਦਾ ਕਿ ਸਰਕਾਰ ਨੂੰ ਜਿਹੜੀ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੀ ਨੀਤੀ ਆ ਉਹ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਕਿਉਂਕਿ ਸ਼ਰਾਬ ਨਾਲ ਘਰ ਉੱਜੜ ਰਿਹਾ, ਪੰਜਾਬ ਜਿਹੜਾ ਆ ਉਹ ਨਿਵਾਣ ਵੱਲ ਨੂੰ ਜਾ ਰਿਹਾ। ਹੁਣ ਇੱਕ ਗੱਲ ਲਾਸਟ ਵਿੱਚ ਉਹ ਜਿਹੜੀ ਅਸੀਂ ਕੱਲ੍ਹ ਤੇ ਪਰਸੋਂ ਲਗਾਤਾਰ ਕਰਦੇ ਆ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਪੂਰੀ ਤਰ੍ਹਾਂ ਤਿਆਰ ਆ, ਚਿੰਤਤ ਆ ਕਿ ਜਿਹੜੇ ਪੰਚਾਇਤੀ ਜ਼ਮੀਨਾਂ ਉੱਤੇ ਨਜਾਇਜ਼ ਕਬਜ਼ੇ ਹੋਏ ਆ ਉਹ ਛਡਵਾਉਣੇ ਆ। ਅਤੇ ਆਪਾਂ ਕੱਲ੍ਹ ਇਹ ਵੀ ਚਰਚਾ ਕੀਤੀ ਸੀਗੀ ਕਿ 31 ਮਈ ਤੱਕ 5000 ਏਕੜ ਜਿਹੜੀ ਆ ਉਹ ਨਜਾਇਜ਼ ਕਬਜ਼ੇ ਤੋਂ ਮੁਕਤ ਕਰਾਉਣ ਦਾ ਟੀਚਾ ਮਿੱਥਿਆ ਗਿਆ। ਇਸ ਮਾਮਲੇ ਵਿੱਚ ਇੱਕ ਹੋਰ ਜਿਹੜੀ ਵੱਡੀ ਜਾਣਕਾਰੀ ਸਾਹਮਣੇ ਆਈ ਹੋਵੇ ਇਹ ਕਿ ਪੰਜਾਬ ਸਰਕਾਰ ਫੈਸਲਾ ਲੈਣ ਜਾ ਰਹੀ ਆ ਕਿ ਪੱਟੇ 'ਤੇ ਜ਼ਮੀਨਾਂ ਦੇਣੀਆਂ ਬੰਦ ਕਰਤੀਆਂ ਜਾਣ ਕਿਉਂਕਿ ਵੱਡੀ ਗਿਣਤੀ ਜਿਹੜੀ ਜ਼ਮੀਨਾਂ ਆ ਉਹ ਪੱਟੇ 'ਤੇ ਦੇ ਕੇ ਲੀਜ਼ 'ਤੇ ਦੇ ਕੇ ਕੌਡੀਆਂ ਦੇ ਭਾਅ ਜਿਹੜੇ ਰਸੂਖਵਾਨ ਆ, ਲੀਡਰ ਆ, ਉੱਚ ਅਫਸਰ ਆ ਉਹ ਲੈਂਦੇ ਰਹੇ ਆ। ਜਦੋਂ ਪੱਟੇ 'ਤੇ ਜ਼ਮੀਨ ਦੇ ਦਿੱਤੀ ਜਾਂਦੀ ਹੈ 33 ਸਾਲ ਲਈ ਜਾਂ 99 ਸਾਲ ਲਈ ਤਦ ਇਹ ਜਿਹੜਾ ਵਰਤਾਰਾ ਆ ਉਸ ਤਰ੍ਹਾਂ ਦਾ ਹੋ ਜਾਂਦਾ ਜਿਵੇਂ ਕਿ ਨਜਾਇਜ਼ ਕਬਜ਼ੇ ਵਾਲਾ ਹੋਵੇ। ਅਸੀਂ ਪਿਛਲੇ ਦਿਨ ਦੇਖਿਆ ਸੀਗਾ ਕਿ ਕੁਝ ਮੰਤਰੀ ਉੱਤੇ ਦੋਸ਼ ਲੱਗੇ ਸੀਗੇ ਕਿ ਉਹਨਾਂ ਨੇ ਸ਼ਾਮਲੇ ਜ਼ਮੀਨ ਜਿਹੜੀ ਆ ਕਿਸੀਆਂ ਸੰਸਥਾਵਾਂ ਦੇ ਨਾਂ ਕਰਾ ਲਈ ਪਰ ਉੱਥੇ ਬਾਅਦ ਵਿੱਚ ਹੋਇਆ ਇਹ ਕਿ ਜਿਹੜੀ ਵਪਾਰਕ ਗਤੀਵਿਧੀਆਂ ਉਹ ਚਲਾਉਣ ਦੀ ਯੋਜਨਾ ਬਣ ਗਈ ਸੀ। ਇਹ ਵੱਖਰੀ ਗੱਲ ਆ ਕਿ ਸਰਕਾਰ ਦਾ ਉਹ ਅੰਤਲੇ ਦਿਨ ਸੀਗੇ ਅਤੇ ਸਾਰੀ ਸਕੀਮਾਂ ਜਿਹੜੀਆਂ ਉਹ ਸਿਰੇ ਨਹੀਂ ਚੜ੍ਹ ਸਕੀਆਂ ਪਰ ਸਰਕਾਰ ਦਾ ਜਿਹੜਾ ਫੈਸਲਾ ਆ ਕਿ ਪੱਟੇ 'ਤੇ ਜ਼ਮੀਨਾਂ ਨਹੀਂ ਦਿੱਤੀਆਂ ਜਾਣਗੀਆਂ ਇਹ ਬੜਾ ਸ਼ਲਾਘਾਯੋਗ ਆ। ਪਰ ਇੱਕ ਗੱਲ ਹੋਰ ਪਤਾ ਲੱਗੀ ਆ ਕਿ ਚੰਡੀਗੜ੍ਹ ਦੇ ਨੇੜੇ ਜਿਹੜੀ ਐਡੀ ਵੱਡੀ ਜ਼ਮੀਨ ਨਜਾਇਜ਼ ਕਬਜ਼ੇ ਹੇਠ ਦੱਬੀ ਪਈ ਆ ਉਹਦੇ ਵਿੱਚ ਇੱਕ ਪੰਜਾਬ ਦੇ ਸਾਬਕਾ ਰਾਜਪਾਲ ਦਾ ਨਾਂ ਜਿਹੜਾ ਆ ਉਹ ਵੀ ਬੋਲਣ ਲੱਗਾ। ਪਤਾ ਹੀ ਲੱਗਾ ਕਿ ਇਸ ਰਾਜਪਾਲ ਦੇ ਪਰਿਵਾਰ ਵੱਲੋਂ ਵੀ ਜ਼ਮੀਨਾਂ ਉੱਤੇ ਜਿਹੜਾ ਨਜਾਇਜ਼ ਕਬਜ਼ੇ ਕੀਤੇ ਗਏ ਆ। ਇੱਕ ਹੋਰ ਜਿਹੜੀ ਅੰਦਰਲੀ ਗੱਲ ਪਤਾ ਲੱਗੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਸਾਰੇ ਮੈਂਬਰ ਜਿਹੜੇ ਆ ਉਹ ਵੀ ਜ਼ਮੀਨਾਂ ਦੱਬਣ ਵਾਲਿਆਂ ਵਿੱਚ ਸ਼ਾਮਲ ਆ। ਪਿੱਛੇ ਜਿਹੀ ਇੱਕ ਚਿੱਟ ਫੰਡ ਕੰਪਨੀ ਆਈ ਸੀਗੀ ਗੋਲਡਨ ਫਾਰੈਸਟ ਉਹ ਕਿਸਾਨਾਂ ਦੇ ਆਮ ਲੋਕਾਂ ਦੇ ਜਿਹੜੇ ਆ ਕਰੋੜਾਂ ਅਰਬਾਂ ਖਰਬਾਂ ਰੁਪਏ ਲੈ ਕੇ ਫਰਾਰ ਹੋਣਾ ਚਾਹੁੰਦੀ ਸੀ ਜਾਂ ਜਿਹੜੀ ਆ ਮੁੱਕਰ ਗਈ। ਉਹ ਜਿਹੜੇ ਪ੍ਰਬੰਧਕ ਸੀਗੇ MD ਸਾਹਿਬ ਉਹਨੂੰ ਜੇਲ੍ਹ ਜਾਣਾ ਪਿਆ। ਉਹਨਾਂ ਦੀ ਜਿਹੜੀ ਜ਼ਮੀਨ ਆ ਡੇਰਾ ਬੱਸੀ ਤੋਂ ਆਪਾਂ ਜਾਈਏ ਅੰਬਾਲੇ ਨੂੰ ਤਾਂ ਕਈ ਸੌ ਏਕੜ ਜਿਹੜੀ ਆ ਜ਼ਮੀਨ ਪਈ ਆ ਪਰ ਉਸ ਜ਼ਮੀਨ ਉੱਤੇ ਜਿਹੜੇ ਦਰਖਤ ਲਾਏ ਗਏ ਸੀਗੇ ਉਹ ਅਰਬਾਂ ਖਰਬਾਂ ਦੇ ਦਰਖਤ ਕੌਣ ਖਾ ਗਿਆ ਇਹ ਸਾਰਾ ਜਿਹੜਾ ਸਰਕਾਰ ਨੇ ਹਜੇ ਢਿੱਡ 'ਚੋਂ ਕੱਢਣੇ ਆ। ਅਤੇ ਨਾਲ ਹੀ ਨਾਲ ਇਹ ਕਿ ਇਸ ਜ਼ਮੀਨ ਉੱਤੇ 40-40 ਫੁੱਟ ਜਿਹੜੇ ਡੂੰਘੇ ਟੋਏ ਪਏ ਆ ਇਹ ਡੂੰਘੇ ਕਿਸੇ ਹੋਰ ਨੇ ਨਹੀਂ ਪਾਏ, ਇਹ ਡੂੰਘੇ ਪਾਏ ਆ ਰੇਤ ਮਾਫੀਆ ਨੇ। ਅਤੇ ਪਤਾ ਇਹ ਲੱਗਾ ਕਿ ਇਸ ਜ਼ਮੀਨ ਉੱਤੇ ਵੀ SGPC ਦੇ ਮੈਂਬਰ ਜਿਹੜਾ ਆ ਉਹਦਾ ਇੱਕ ਨਜਾਇਜ਼ ਕਬਜ਼ਾ ਚੱਲ ਰਿਹਾ। ਸੋ ਸਰਕਾਰ ਨਜਾਇਜ਼ ਕਬਜ਼ੇ ਨੂੰ ਲੈ ਕੇ ਚਿੰਤਤ ਆ, ਫਿਕਰਮੰਦ ਆ। ਅਤੇ ਆਹ ਜਿਹੜੀਆਂ ਕੁਝ ਨਵੀਆਂ ਗੱਲਾਂ ਸਾਹਮਣੇ ਆਈਆਂ ਕਿ ਪੱਟੇ 'ਤੇ ਜ਼ਮੀਨ ਦੇਣੀ ਬੰਦ ਕਰਤੀ ਜਾਊਗੀ ਜਾਂ ਜੋ ਜ਼ਮੀਨ ਖਾਲੀ ਕਰਾਉਣ ਲਈ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ, ਇਹ ਜਿਹੜੀਆਂ ਕੁਝ ਖੁਸ਼ ਖਬਰਾਂ ਤੁਹਾਡੇ ਲਈ ਅੱਜ ਦੀਆਂ ਜਿਹੜੀਆਂ ਖਬਰਾਂ ਸੀ ਇਹਨਾਂ 'ਤੇ ਚਰਚਾ ਇੰਨੀ ਹੀ। ਕੱਲ੍ਹ ਨੂੰ ਮਿਲਾਂਗੇ ਕੁਝ ਨਵੀਆਂ ਖਬਰਾਂ ਦੇ ਨਾਲ। ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬਨੋਇਆ ਤੋਂ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।